ਬਿਸਮਿਲ੍ਲਾ ਰਹਿਮਾਨ ਰਹੀਮ। ਮੈਂ ਜੀ ਤੁਹਾਡਾ ਆਪਣਾ ਵੀਰ ਤਾਰਕ ਗੁੱਜਰ 150 ਜੋ ਭਾਈ ਪਾਸ਼ਾ ਨੂੰ ਮਿਲਣ ਆਏ ਆ। ਬੜੀ ਖਾਇਸ਼ ਸੀ, ਇਹਨਾਂ ਨੂੰ ਸਿਰਫ ਟਿਕਟੌਕ ਤੇ ਅਸੀਂ ਦੇਖੀਦਾ ਸੀਗਾ। ਬੜੀ ਖਾਇਸ਼ ਸੀ ਕਿ ਇਹਨਾਂ ਨੂੰ ਲਾਈਵ ਦੇਖੀਏ। ਅੱਜ ਆਏ ਆ ਭਰਾ ਕੋਲ, ਬੜਾ ਖੁਸ਼ੀ ਮਹਿਸੂਸ ਹੋਈ। ਇਹਨਾਂ ਨਾਲ ਬੜੀ ਖੁਸ਼ੀ ਹੋਈ ਕਿ ਇਹਨਾਂ ਨੇ ਸਾਨੂੰ ਟਾਈਮ ਦਿੱਤਾ। ਅੱਲਾਹ ਤਾਲਾ ਇਹਨਾਂ ਦੇ ਕਾਰੋਬਾਰ 'ਚ ਬਰਕਤ ਪਾਵੇ ਔਰ ਇਹਨਾਂ ਨੂੰ ਹੋਰ ਇਹਨਾਂ ਦੇ ਕੰਮ ਦੇ ਵਿੱਚ ਡਿਵੈਲਪ ਕਰੇ। ਬੜੀ ਇਹਨਾਂ ਦੀ ਮਿਹਰਬਾਨੀ ਜੀ। ਬੜੀ ਪਾਸ਼ਾ ਸਾਹਿਬ ਤੁਹਾਡਾ ਬੜਾ ਸ਼ੁਕਰੀਆ, ਤੁਸੀਂ ਟਾਈਮ ਦਿੱਤਾ ਜੀ। ਕੋਈ ਨਹੀਂ ਤਾਬਿਆ ਦਾ। ਅੱਛਾ, ਇੱਕ ਛੋਟਾ ਜਿਹਾ ਸਵਾਲ ਆ। ਹਾਂਜੀ ਵੀ ਭਾਈ ਸੱਚੀ ਗੱਲ ਦੱਸਿਓ ਵੀ ਜਿੱਦਾਂ ਟਿਕਟੌਕ ਤੇ ਸਾਦਾ ਉਦਾਂ ਹੀ ਆ ਸੀ ਜਾਂ? ਹਾਂਜੀ ਬਿਲਕੁਲ, ਕੋਈ ਸ਼ੱਕ ਨਹੀਂ ਇਹਦੇ ਜੀ। ਜਿਵੇਂ ਤੁਸੀਂ ਟਿਕਟੌਕ ਨਜ਼ਰ ਆਉਂਦੇ ਆ ਬਿਲਕੁਲ ਰੀਅਲ ਵੀ ਉਦਾਂ ਹੀ ਸਾਡੇ 'ਚ ਬਾਈ ਕੋਈ ਬੋ ਮਜਾਜ ਨਹੀਂ। ਜਦੋਂ ਤੁਹਾਡਾ ਦਿਲ ਕਰੇ ਮੋਸਟ ਵੈਲਕਮ। ਠੀਕ ਹੈ। ਪਤਾ ਕੀ ਗੱਲ ਆ, ਇਹ ਦੁਨੀਆ ਦੇ ਧੰਦੇ ਚੱਲਦੇ ਰਹਿਣੇ ਆ। ਹਾਂਜੀ ਇੱਜ਼ਤ ਜਿੱਲਤ ਅੱਲਾ ਦੇ ਹੱਥ ਆ। ਬਾਹਰ ਜਿਹੜੇ ਬੰਦੇ ਆ ਨਾ, ਇਨਸਾਨ ਬੰਦਾ ਸਭ ਕੁਝ ਹੀ ਬਣ ਜਾਂਦਾ। ਮੈਂ ਕਈ ਵਾਰੀ ਇਹ ਦਰਸ ਦਿੱਤਾ ਵਾ ਵੀ ਬੰਦਾ ਵਜ਼ੀਰ ਆਜ਼ਮ ਬਣ ਜਾਂਦਾ, ਵਜ਼ੀਰ ਆਲਾ ਬਣ ਜਾਂਦਾ, ਸਭ ਤੋਂ ਪਹਿਲਾਂ ਉਹ ਇਨਸਾਨ ਬਣ ਜਾਏ। ਬਿਲਕੁਲ। ਮੈਂ ਗੱਲ ਕਰਨਾ ਚਾਹਾਂਗਾ ਮੜੀ ਜੀ। ਕਰੋ ਜੀ, ਕਰੋ। ਹਾਂਜੀ ਭਾਈ, ਗੱਲ ਛਿੜੀ ਆ, ਨਾਲ ਹੀ ਮੈਂ ਗੱਲ ਕਰਨਾ ਚਾਹਾਂਗਾ। ਤੁਸੀਂ ਕਿਹਾ ਜੀ ਕਿ ਜਿੱਦਾਂ ਮਿਲੇ ਆ, ਮੁਲਾਕਾਤ ਹੋਈ ਆ। ਹਾਂਜੀ ਭਾਈ ਜੀ, ਤੁਹਾਨੂੰ ਮੈਂ ਅੱਗੇ ਵੀ ਇੱਥੇ ਜਦੋਂ ਬਗੈਰ ਕੈਮਰੇ ਤੋਂ ਆਪਾਂ ਗੱਲਾਂ ਕਰ ਰਹੇ ਸੀਗੇ ਵੀ ਤੁਹਾਨੂੰ ਮੈਂ ਗੱਲ ਦੱਸੀ ਕਿ ਵੀ ਮੈਂ ਖੁਦ ਜਿਹੜਾ ਨਾ ਵੀ ਉਹ ਬੰਦਾ ਮਾਂ ਜਿਹੜਾ ਬੰਦੇ 'ਚ ਕੁਆਲਿਟੀ ਹੋਵੇ ਤਾਂ ਜਾ ਕੇ ਬੰਦੇ ਨੂੰ ਮਿਲਦਾ, ਨਹੀਂ ਤਾਂ ਨਹੀਂ ਮਿਲਦਾ। ਮਾਸ਼ਾਅੱਲਾ ਜਿਹਦਾ ਚਾਹੇ ਜਿੰਨਾ ਮਰਜ਼ੀ ਅਗਲੇ ਕੋਲ ਪੈਸਾ ਹੋਵੇ, ਜੋ ਮਰਜ਼ੀ ਹੋਵੇ। ਠੀਕ ਆ, ਆਪਣੀ ਇੱਕ ਜ਼ਾਤੀ ਆਪਣਾ ਇੱਕ। ਆਹੋ ਜੀ ਬਿਲਕੁਲ। ਅਗਲੇ ਬੰਦੇ ਕੋਲ ਦਿਖੇ ਤਾਂ ਬੰਦਾ ਜਾਂਦਾ ਜੀ। ਦੂਸਰੀ ਮੁਲਾਕਾਤ ਮੇਰੀ ਤੁਹਾਡੇ ਨਾਲ ਹੋਈ। ਪਹਿਲੀ ਮੁਲਾਕਾਤ ਮੇਰੀ ਸਰੋਇਆ ਸਾਹਿਬ ਨਾਲ ਹੋਈ ਸੀ। ਅੰਜਮ ਸਰੋਇਆ ਸਾਹਿਬ। ਹਾਂਜੀ ਵੀਰ, ਆਪਣਾ ਵੀਰ। ਠੀਕ ਹੈ ਨਾ। ਮੈਂ ਕਹਿੰਦਾ ਕਿਆ ਬਾਤ ਆ। ਹਾਂਜੀ, ਸ਼ਹਜ਼ਾਦੇ ਖਾਨਦਾਨੀ ਚੰਗਾ, ਨਾਇਸ ਆਦਮੀ, ਖਾਨਦਾਨੀ ਚੰਗਾ। ਦੂਸਰੀ ਮੁਲਾਕਾਤ ਤੁਹਾਡੇ ਨਾਲ ਹੋਈ ਆ। ਔਰ ਮੈਂ ਨਾ ਇੱਕ ਗੱਲ ਕਰਨਾ ਚਾਹਾਂਗਾ ਕਿ ਭਾਈ ਇਹਨਾਂ ਭਾਈਆਂ ਦਾ ਜਿੰਨਾ ਅਸੀਂ ਸ਼ੁਕਰੀਆ ਅਦਾ ਕਰੀਏ ਨਾ, ਜਿੰਨਾ ਸ਼ੁਕਰੀਆ ਅਦਾ ਕਰੀਏ ਘੱਟ ਆ। ਲੋਕ MSc ਕਰਕੇ ਬੈਠੇ, ਪੰਜਾਬੀ 'ਚ MA ਕਰਕੇ ਬੈਠੇ, PhD ਪੰਜਾਬੀ 'ਚ ਕਰਕੇ ਬੈਠੇ, ਮਗਰ ਕਿਸੇ ਨੇ ਆਵਾਜ਼ ਨਹੀਂ ਉਠਾਈ। ਏਦਾਂ ਹੀ ਠੀਕ ਹੈ ਨਾ। ਸਰੋਇਆ ਸਾਹਿਬ ਹੋ ਗਏ, ਪਾਸ਼ਾ ਸਾਹਿਬ ਹੋ ਗਏ, ਮੁੜ ਕੇ ਭਾਈ ਇੱਧਰ ਆਪਣੇ ਫੈਸਲਾਬਾਦ ਵਾਲੇ, ਉਹਨਾਂ ਦੀ ਤਾਂ ਉਹ ਤਾਂ ਬ੍ਰਾਂਡ ਆ ਨਾ। ਉਹ ਤਾਂ ਉਹ ਬੰਦਾ, ਮੈਂ ਕਿਆ ਬਾਤ ਆ ਜੀ। ਮੈਂ ਕਹਿੰਦਾ ਉਹ ਬੰਦਾ ਭਾਈ ਨਾਸਰ ਕਿਸਾਨਾ ਤੇ ਭਾਈ ਨਾਸਰ ਢਿੱਲੋਂ। ਇੱਕ ਬੰਦਾ ਹੁੰਦਾ ਕਿੰਗ, ਬਹੁਤ ਹੀਰੇ ਇੱਕ ਬੰਦਾ ਹੁੰਦਾ ਕਿੰਗ ਮੇਕਰ। ਏਦਾਂ ਹੀ ਹਾਂ, ਕਿਸਾਨਾ ਸਾਹਿਬ ਦੀ ਗੱਲ ਕੀਤੀ। ਮੁੜ ਕੇ ਭਾਈ ਜ਼ੈਨ। ਹਾਂਜੀ ਠੀਕ ਹੈ ਨਾ। ਹਾਂਜੀ, ਜੈਨ ਵੀ। ਮੁੜ ਕੇ ਆਪਣੇ ਭਾਈ ਕੀ ਨਾਮ ਆ ਫੈਸਲਾਬਾਦ ਵਾਲੇ, ਉਹ ਮੀਆਂ ਸਾਹਿਬ, ਕੀ ਉਹਨਾਂ ਦਾ ਭਲਾ ਜਿਹਾ ਵਾ, ਐਸੇ ਮੇਰੇ ਜ਼ਿਹਨ ਚੋਂ ਨਿਕਲ ਗਿਆ। ਚਲੋ ਅੱਜ ਗੱਲ ਫੇਰ ਸੀ। ਮਗਰ ਕਿ ਬਹੁਤ ਜ਼ਿਆਦਾ ਸ਼ੁਕਰੀਆ ਇਹਨਾਂ ਭਾਈਆਂ ਦਾ ਕਿ ਇਹ ਸਾਡੇ ਪੰਜਾਬ ਦਾ ਕਲਚਰ ਜਿਹੜਾ ਨਾ ਇਹ ਇੰਟਰੋਡਿਊਸ ਕਰਵਾ ਰਹੇ, ਤਾਰਫ ਕਰਾ ਰਹੇ। ਇਹਦਾ ਲਫ਼ਜ਼ ਗੱਲ ਹੈ ਕਿ ਸਾਡੀ ਪੰਜਾਬੀ ਇੰਨੀ ਖਰਾਬ ਹੋ ਗਈ ਹੈ, ਵਿੱਚੋਂ ਇੰਗਲਿਸ਼ ਨਿਕਲ ਰਹੀ ਆ, ਵਿੱਚੋਂ ਉਰਦੂ ਨਿਕਲ ਰਹੀ ਆ। ਪਿਓਰ ਹੋਣੀ ਚਾਹੀਦੀ ਆ, ਐਨ ਖਾਲਸ ਹੋਣੀ ਚਾਹੀਦੀ ਆ। ਪਤਾ ਲੱਗੇ ਖਾਲਸ ਪੰਜਾਬੀ ਬੰਦਾ ਤੁਰਿਆ ਆਂਦਾ। ਸਹੀ ਗੱਲ। ਠੀਕ ਹੈ ਨਾ। ਮੈਂ ਤਾਂ ਕਹਿੰਦਾ ਕਿ ਸਾਡੇ ਕੋਰਸ ਜਿਹੜੇ ਕਮ ਸੇ ਕਮ ਪਹਿਲੀ ਤੋਂ ਹੀ ਲੱਗਣੀ ਚਾਹੀਦੀ ਆ। ਸਹੀ ਗੱਲ। ਇੰਗਲਿਸ਼ 'ਚ ਪਹਿਲੀ ਤੋਂ ਲੱਗੀ ਆ। ਹਾਂ ਏਦਾਂ ਹੀ। ਠੀਕ ਆ। ਤੇ ਪੰਜਾਬੀ ਲੱਗਣ ਨੂੰ ਕੀ ਆ? ਉਹ ਪੰਜਾਬੀ 9ਵੀਂ 10ਵੀਂ 'ਚ ਇੱਕ ਕਿਤਾਬ ਦੇ ਦਿੰਦੇ ਆ। ਪੰਜਾਬੀ ਹੋਣੀ ਚਾਹੀਦੀ ਹੈ, ਲਿਖਣ ਦਾ ਪਤਾ ਲੱਗਦਾ, ਪੜ੍ਹਨ ਦਾ ਪਤਾ ਲੱਗਦਾ। ਜ਼ਰੂਰ ਹੋਣੀ ਚਾਹੀਦੀ ਹੈ। ਅਸਲ ਸਾਡੀ ਪਹਿਚਾਣ ਹੀ ਪੰਜਾਬੀ ਔਰ ਸਾਡੀ ਪਿਓਰ ਪੰਜਾਬੀ ਦੇ ਲਫ਼ਜ਼ ਹੋਣੇ ਚਾਹੀਦੇ ਆ। ਜਿਹੜੀ ਸਾਨੂੰ ਪੰਜਾਬੀ 9ਵੀਂ 10ਵੀਂ ਜਾਂ 11ਵੀਂ 12ਵੀਂ 'ਚ ਪੜ੍ਹਾਈ ਜਾਂਦੀ ਆ ਨਾ, ਇਹ ਤਾਂ ਪੰਜਾਬੀ ਹੋਰ ਤਰ੍ਹਾਂ ਦੀ ਆ। ਇਹ ਤਾਂ ਉਹ ਪੰਜਾਬੀ ਹੈ ਜਿਹੜੀ ਅਸੀਂ ਬੋਲਦੇ ਆ। ਬਾਕੀ ਬਾਈ ਦੀਆਂ ਗੱਲਾਂ ਸੁਣ ਕੇ ਬੜੀ ਖੁਸ਼ੀ ਹੋਈ ਆ। ਉਦਾਂ ਅਸੀਂ ਤੇ ਭਾਈ ਪਰੇਸ਼ਾਨ ਸੀ ਆਲਮ ਲੋਹਾਰ ਦਾ ਗਾਣਾ ਸੁਣ ਕੇ। ਅੱਛਾ। ਵੀ ਬਾਜਾਂ ਮਾਰੀਆਂ ਬੁਲਾਇਆ ਕਈ ਵਾਰ, ਮੈਂ ਕਿਸੇ ਨੇ ਮੇਰੀ ਗੱਲ ਨਾ ਸੁਣੀ। ਪਰ ਸਾਨੂੰ ਹੁਣ ਪਤਾ ਲੱਗ ਗਿਆ ਲੋਕ ਸਾਡੀ ਸੁਣਦੇ ਆ, ਤੇ ਸੁਣਦੇ ਕਰਕੇ ਤੇ ਬਾਈ ਹੁਣ ਸਾਡੇ ਕੋਲ ਆਏ ਆ। ਮੈਂ ਕਹਿੰਦਾ ਕਿ ਇਹਦੀ ਖਾਇਸ਼ ਸੀ ਤੁਹਾਨੂੰ ਮਿਲਦੀ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਵੀਰਾਂ ਦਾ। ਬਾਈ ਜੀ ਤੁਸੀਂ ਇੰਨੀ ਤਕਲੀਫ, ਮੈਂ ਕਹਾਂ ਕਿ ਤੁਸੀਂ ਆਵਾਜ਼ ਉਠਾਓ ਗਰਮੀ ਦੇ ਵਿੱਚ ਇਨਸ਼ਾਅੱਲਾ ਪੰਜਾਬੀ ਵਾਸਤੇ, ਤੇ ਇਹ ਨਾ ਮਹਿਸੂਸ ਕਰਿਓ ਕਿ ਤੁਹਾਡੀ ਪਿੱਠ ਜਿਹੜੀ ਆ ਉਹ ਨੰਗੀ ਆ। ਨਹੀਂ ਇਨਸ਼ਾਅੱਲਾ। ਠੀਕ ਹੈ ਨਾ। ਕਿ ਔਰ ਇਹਦੇ ਵਿੱਚ ਇੱਕ ਭਾਈਆਂ ਨੂੰ ਮੈਂ ਬਹੁਤ ਹੱਥ ਜੋੜ ਕੇ ਦਰਖਾਸਤ ਕਰਾਂਗਾ ਕਿ ਇਹ ਕੋਈ ਇੰਤਸ਼ਾਰ ਫਲਾਣ ਵਾਲੀ ਗੱਲ ਨਹੀਂ। ਨਹੀਂ। ਪੰਜਾਬੀ ਜਿਹੜੇ ਆ ਸਾਡਾ ਇੱਕ ਇਹ ਹੱਕ ਆ। ਇਹ ਪੰਜਾਬ ਕੋਈ ਸ਼ੱਕ, ਸਾਡੀ ਜ਼ੁਬਾਨ ਪੰਜਾਬੀ ਸਾਡਾ ਹੱਕ ਆ। ਠੀਕ ਆ ਨਾ। ਸਾਡੇ ਤੋਂ ਇਹ ਨਾ ਖੋਇਆ ਜਾਵੇ। ਸਹੀ ਗੱਲ। ਸਾਡੇ ਬੱਚਿਆਂ ਨੂੰ ਮਜਬੂਰ ਨਾ ਕੀਤਾ ਜਾਵੇ ਉਰਦੂ ਬੋਲਣ ਤੇ, ਨਾ ਸਕੂਲਾਂ ਵਿੱਚ ਨਾ ਘਰਾਂ 'ਚ। ਮੈਂ ਮਾਵਾਂ ਨੂੰ ਵੀ ਦਰਖਾਸਤ ਕਰਾਂਗਾ ਜਿਹੜੀਆਂ MA PhD ਕਰਕੇ ਆ ਜਾਂਦੀਆਂ ਨਾ, ਤੁਹਾਡੀ ਮਿਹਰਬਾਨੀ, ਤੁਸੀਂ ਬਹੁਤ ਪੜ੍ਹੀਆਂ, ਤੁਸੀਂ ਬਹੁਤ ਸੁਨੱਖੀਆਂ, ਮੈਂ ਤੁਹਾਡੀ ਮਿਹਰਬਾਨੀ ਤਰਲਾ ਮਾਰਦੇ ਤੁਹਾਡਾ ਸਾਡੇ ਬੱਚਿਆਂ ਤੇ ਰਹਿਮ ਕਰੋ। ਸਹੀ ਗੱਲ। ਇਹਨਾਂ ਨੂੰ ਪੰਜਾਬੀ ਬੋਲਣ ਦਿਓ। ਏਦਾਂ ਹੀ। ਠੀਕ ਹੈ ਨਾ। ਇਹਨਾਂ ਨੂੰ ਕੱਛੇ ਪਾਣ ਦਿਓ ਪੁਰਾਣੇ, ਇਹਨਾਂ ਨੂੰ ਖੁੱਸੇ ਪਾਣ ਦਿਓ। ਏਦਾਂ ਹੀ। ਇਹਨਾਂ ਨੂੰ ਬੋਲਣ ਤੁਹਾਡੀ ਮਿਹਰਬਾਨੀ, ਤਰਲਾ ਮਾਰਦੇ ਤੁਹਾਡਾ ਸਾਡਾ ਕਲਚਰ ਨਾ ਸਾਡੇ ਤੋਂ ਖੋਵੋ। ਬਾਕੀ ਤਾਂ ਤੁਸੀਂ ਸਾਨੂੰ ਕਿਸੇ ਜੋਗਾ ਛੱਡਿਆ ਨਹੀਂ। ਏਦਾਂ ਹੀ। ਠੀਕ ਹੈ ਨਾ। ਮਿੰਟ ਦਾ ਵੇਲ ਨਹੀਂ, ਆਨੇ ਦੀ ਕਮਾਈ ਨਹੀਂ, ਟਕੇ ਦੀ ਆਮਦਨੀ। ਠੀਕ ਹੈ ਨਾ। ਕਿਸੇ ਟਾਈਮ ਵੀ ਮੋਬਾਈਲ ਵੱਜ ਸਕਦਾ ਵੀ ਕਿੱਥੇ ਆ। ਏਦਾਂ ਹੀ। ਠੀਕ ਹੈ। ਸਹੀ ਗੱਲ। ਮਿਹਰਬਾਨੀ ਭੈਣਾਂ ਦੀ ਵੀ। ਬਲਕਿ ਆਹ ਤਾਂ ਬੜੀ ਗੱਲ ਆ ਜੀ, ਜਿਹੜਾ ਈਦੋਂ ਅਗਲਾ ਦਿਨ ਮਸਰੂਫ ਇੰਨਾ ਹੁੰਦਾ ਨਾ, ਖਾਸ ਕਰ ਬੰਦਿਆਂ ਤੇ ਜਨਾਨੀਆਂ ਵਾਸਤੇ, ਜਿਹੜੇ ਵਿਆਹੇ ਉਹਦਾ ਆਪ ਨੂੰ ਫਸੇ ਹੁੰਦੇ ਵਿਚਾਰੇ। ਕਿਉਂਕਿ ਰਾਤ ਨੂੰ ਈਦ ਵਾਲੀ ਰਾਤ ਹੀ ਬੁੜੀਆਂ ਕਹਿ ਦਿੰਦੀਆਂ ਸਵੇਰ ਨੂੰ ਅੰਮੀ ਨੂੰ ਮਿਲਣ ਜਾਣਾ।
ਅੰਮੀ ਜਿੱਦਾਂ 302 ਚ ਤਾਜੀ ਜ਼ਮਾਨਤ ਕਰਾ ਕੇ ਆਈ ਹੁੰਦੀ ਹੈ। ਮੈਂ ਕਹਿੰਦਾ ਉਹੀ ਗੱਲ ਹੋ ਗਈ। ਜ਼ਰੂਰੀ ਮਿਲਣਾ ਹੈ। ਕਾਰਨ ਕਹਿੰਦਾ ਇੱਕ ਦਿਨ ਪੁੱਛਦਾ, ਕਹਿੰਦਾ ਭਾਈ ਮੈਨੂੰ ਦੱਸ ਨਾ ਤੀਵੀਂ ਕਿੱਦਾਂ ਬੱਸ ਵਿੱਚ ਕਰਾਂ। ਹਾਂ ਮੈਂ ਕਿਹਾ ਵੀਰੇ ਇੱਕ ਬੱਸ ਲੈ ਕੇ ਉਹ ਚ ਬਿਠਾ ਦੇ, ਹੋਰ ਕੋਈ ਹੱਲ ਨਹੀਂ। ਬਹੁਤ ਸ਼ੁਕਰੀਆ ਭਾਈ ਜੀ, ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜੀ ਸਾਰੇ ਭਰਾਵਾਂ ਦਾ, ਜੁੜੇ ਰਹੋ ਸਾਡੇ ਨਾਲ। ਇਨਸ਼ਾਅੱਲਾ ਜਲਦ ਤੋਂ ਜਲਦ ਅਗਲੀ ਵੀਡੀਓ ਦੇ ਨਾਲ ਪੇਸ਼ ਹੋਵਾਂਗੇ। ਬਹੁਤ ਸ਼ੁਕਰੀਆ ਜੀ।